ਦੇ ਵਿੱਚ ਸਵਈਏ ਮਹੱਲੇ ਤੀਜੇ ਕੇ ਉਹਨਾਂ ਦੇ ਵਿੱਚੋਂ ਅਸੀਂ ਪਹਿਲੇ 5 ਸਵਈਆਂ ਦੀ ਵਿਚਾਰ ਜੋ ਕਿ ਭੱਟ ਖਾਲਸਾ ਜੀ ਦੇ ਉਚਾਰਨ ਕੀਤੇ ਹੋਏ ਹਨ ਉਹ ਅਸੀਂ ਕੱਲ ਤੱਕ ਕੀਤੀ ਸੀ। ਇਹਨਾਂ 5 ਸਵਈਆਂ ਦੇ ਵਿੱਚ ਹੀ ਭੱਟ ਖਾਲਸਾ ਜੀ ਨੇ ਪਰਮਾਤਮਾ ਦੇ ਨਾਮ ਦੀ ਮਹਿਮਾ ਵਡਿਆਈ ਬਿਆਨ ਕੀਤੀ ਹੈ ਅਤੇ ਨਾਲ ਇਹ ਗੱਲ ਐਕਸਪਲੇਨ ਕੀਤੀ ਹੈ ਕਿ ਜਿੰਨੇ ਵੀ उत्तम रूहां ਹਨ जिन्ने भी ਮੰਨੇ ਪ੍ਰਮੰਨੇ ਲੋਕ ਹਨ ਜਿਨ੍ਹਾਂ ਦੀ ਪ੍ਰਸਿੱਧੀ ਹੈ ਜਿਨ੍ਹਾਂ ਦਾ ਲੋਕਾਂ ਦੇ ਮਨਾਂ ਦੇ ਅੰਦਰ ਸਤਿਕਾਰ ਹੈ ਉਹ ਸਭ ਨੇ ਹੀ ਜੋ ਸਮਰੱਥਾ ਜੋ ਹਾਸਲ ਕੀਤਾ ਹੈ ਸਭ परमात्मा ਦੇ ਨਾਮ ਦੇ ਸਦਕਾ ਹੀ ਪ੍ਰਾਪਤ ਕੀਤਾ ਹੈ। ਸਾਰੇ ਹੀ परमात्मा ਦਾ ਨਾਮ ਧਿਆਉਂਦੇ ਹਨ ਅਤੇ ਜਿਹੜੇ परमात्मा ਦਾ ਨਾਮ ਧਿਆਉਂਦੇ ਹਨ ਉਹਨਾਂ ਦੇ ਵਿੱਚੋਂ ਬਹੁਤਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਭੱਟ ਖਾਲਸਾ ਜੀ ਨੇ ਇਹ ਵੀ ਗੱਲ ਆਖੀ ਹੈ ਕਿ ਉਹਨਾਂ ਦਾ ਸੰਸਾਰ ਭਵਜਲ ਤੋਂ ਉਹ ਪਾਰ ਹੋ ਗਏ ਹਨ। ਤੇ ਉਸੇ ਹੀ ਨਾਮ ਦੀ ਮਹਿਮਾ ਕਰਦਿਆਂ ਹੋਇਆਂ ਹਰ ਸਵਈਏ ਦੇ ਵਿੱਚ ਉਹਨਾਂ ਨੇ ਇਹ ਗੱਲ ਦੁਹਰਾਈ ਹੈ ਕਿ ਉਹੀ परमात्मा ਦਾ ਅਛਲ ਨਾਮ ਗੁਰੂ ਅਮਰਦਾਸ ਜੀ ਦੇ ਹਿਰਦੇ ਦੇ ਵਿੱਚ ਪ੍ਰਗਟ ਹੋਇਆ ਹੈ। ਹੁਣ 6ਵਾਂ ਸਵਈਆ ਜਿਹੜਾ ਹੈ ਉਹਦੇ ਵਿੱਚ ਭੱਟ ਖਾਲਸਾ ਜੀ ਫਰਮਾਉਂਦੇ ਹਨ ਨਾਮ ਧਿਆਵੈ ਦੇਵ 33 और साधिक सिद्ध नर नाम खंड ब्रह्मंड धारे जय नाम समाधियो हरख सोग समकर सहारे नाम शिरोमणि सर्वमय भगत रहे लिवतार सोई नाम पदार्थ अमर गुर तुस दियो करतार। नाम ਧਿਆਵੈ देव 33 ਪਿਛਲੇ ਇੱਕ ਸਵਈਏ ਦੇ ਅੰਦਰ ਵੀ ਕੱਲ ਵੀ ਜ਼ਿਕਰ ਆਇਆ ਸੀਗਾ 33 ਦਾ। ਇਹ 33 ਲਫ਼ਜ਼ ਫਿਰ ਉਸੇ ਹੀ ਸੈਂਸ ਵਿੱਚ 33 ਕਰੋੜ ਦੇਵਤਿਆਂ ਦੇ ਵਾਸਤੇ ਹੀ ਵਰਤਿਆ ਗਿਆ ਹੈ। ਨਾਮ ਧਿਆਵੈ देव 33 ਦੇਵਤੇ ਆਪ 33 ਕਰੋੜ ਦੇਵਤੇ और साधिक सिद्ध नर ਅਤੇ 33 ਕਰੋੜ ਦੇਵਤਿਆਂ ਦੇ ਨਾਲ ਸਾਧਕ ਜਿਨ੍ਹਾਂ ਨੇ ਸਾਧਨਾ ਕਰਕੇ ਕੋਈ ਸਿੱਧੀਆਂ ਹਾਸਲ ਕਰ ਲਈਆਂ ਹਨ ਸਿੱਧ ਜਿਹੜੇ ਸਾਧਨਾ ਵਿੱਚ ਲੱਗੇ ਹੋਏ ਹਨ ਨਰ ਭਾਵ ਮਨੁੱਖ ਇਹ ਸਭ ਵੀ ਉਸੇ ਹੀ परमात्मा ਦਾ ਨਾਮ ਧਿਆਉਂਦੇ ਹਨ। तो ਇੱਥੇ ਨਰ ਤੋਂ ਬਾਅਦ ਜਿਹੜਾ ਹੈ ਵਿਸ਼ਰਾਮ ਹੈ ਕੌਮਾ ਲੱਗਿਆ ਹੋਇਆ ਹੈ ਲੱਗਿਆ ਨਹੀਂ ਹੋਇਆ ਕੌਮਾ ਲਗਾਉਣਾ ਪੈਂਦਾ ਹੈ ਤਾਂ ਹੀ ਅਰਥ ਕਲੀਅਰ ਹੋਣਗੇ ਕਿ ਨਾਮ ਧਿਆਵੈ ਦੇਵ 33 और साधिक सिद्ध नर ਉਸ ਤੋਂ ਬਾਅਦ ਹੈ ਨਾਮ ਖੰਡ ਬ੍ਰਹਮੰਡ ਧਾਰੇ। ਇਹ ਜੋ ਬਾਅਦ ਵਿੱਚ ਨਾਮ ਆਇਆ ਹੈ ਉਹਦੇ ਮੰਮੇ ਨੂੰ ਸਿਹਾਰੀ ਹੈ ਜਿਹੜੀ ਪੰਕਤੀ ਦੇ ਆਰੰਭ ਵਿੱਚ ਨਾਮ ਆਇਆ ਹੈ ਉੱਥੇ ਮੰਮੇ ਨੂੰ ਔਂਕੜ ਹੈ। तो ਨਾਮ ਔਂਕੜ ਵਾਲੇ ਦਾ ਅਰਥ ਹੈ ਨਾਮ ਨੂੰ ਧਿਆਉਂਦੇ ਹਨ 33 ਕਰੋੜ ਦੇਵਤੇ ਅਤੇ ਸਾਧਕ ਸਿੱਧ ਅਤੇ ਮਨੁੱਖ। ਉਹ ਨਾਮ ਜੋ ਮੰਮੇ ਦੇ ਔਂਕੜ ਨਾਲ ਆਇਆ ਹੈ ਉਹਦਾ ਅਰਥ ਹੈ ਨਾਮ ਨੂੰ ਧਿਆਉਂਦੇ ਹਨ 33 ਕਰੋੜ ਦੇਵਤੇ ਸਾਧਕ ਸਿੱਧ ਅਤੇ ਨਰ। ਹੁਣ ਸੈਕੰਡ ਪਾਰਟ ਵਿੱਚ ਆਇਆ ਹੈ ਨਾਮ ਖੰਡ ਬ੍ਰਹਮੰਡ ਧਾਰੇ ਇੱਥੇ ਮੰਮੇ ਨੂੰ ਸਿਹਾਰੀ ਹੈ। ਇੱਥੇ ਅਰਥ ਹੈ ਕਿ ਨਾਮ ਨੇ ਜਾਂ ਨਾਮ ਕਰਕੇ ਹੀ ਨਾਮ ਦੁਆਰਾ ਹੀ ਖੰਡ ਬ੍ਰਹਮੰਡ ਧਾਰੇ। ਇਹ ਜੋ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਲੋਕ ਹਨ ਖੰਡ ਹਨ ਬ੍ਰਹਮੰਡ ਹਨ ਉਹ ਸਾਰੇ ਨਾਮ ਨੇ ਹੀ ਟਿਕਾਏ ਹੋਏ ਹਨ ਜਾਂ ਨਾਮ ਦੁਆਰਾ ਹੀ ਟਿਕੇ ਹੋਏ ਹਨ। ਸੋ ਨਾਮ ਦੀ ਮਹਿਮਾ ਹੀ ਭੱਟ ਖਾਲਸਾ ਜੀ ਕਰ ਰਹੇ ਹਨ ਕਿ ਨਾਮ ਨੂੰ ਧਿਆਉਂਦੇ ਹਨ 33 ਕਰੋੜ ਦੇਵਤੇ ਸਾਧਕ ਸਿੱਧ ਅਤੇ ਮਨੁੱਖ। ਇਸ ਨਾਮ ਨੇ ਧਾਰੇ ਹੋਏ ਹੀ ਸ੍ਰਿਸ਼ਟੀ ਦੇ ਅੰਦਰ ਸਾਰੇ ਖੰਡ ਔਰ ਬ੍ਰਹਮੰਡ ਹਨ। ਫਿਰ ਅਗਲੀ ਪੰਕਤੀ 'ਚ ਕਹਿੰਦੇ ਹਨ ਜਹ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਹਾਰੇ। ਜਹ ਜਿਨ੍ਹਾਂ ਨੇ ਨਾਮ ਸਮਾਧਿਓ
ਭਾਵ ਜਿਨ੍ਹਾਂ ਨੇ ਨਾਮ ਵਿੱਚ ਸਮਾਧੀ ਲਗਾਈ, ਨਾਮ ਨੂੰ ਜਪਿਆ ਹੈ, ਨਾਮ ਨੂੰ ਜਿਨ੍ਹਾਂ ਨੇ ਹਿਰਦੇ 'ਚ ਵਸਾਇਆ ਹੈ, ਉਹ ਕੀ ਕਰਦੇ ਹਨ? ਹਰਖ ਸੋਗ ਸਮ ਕਰ ਸਹਾਰੇ। ਹਰਖ ਦਾ ਅਰਥ ਹੈ ਖੁਸ਼ੀ। ਹਰਸ਼, ਹਰਸ਼ ਲਫ਼ਜ਼ ਤੋਂ ਇਹ ਪੰਜਾਬੀ ਦਾ ਰੂਪ ਬਣਿਆ ਹੈ ਹਰਖ, ਤੇ ਸ਼ੋਕ ਤੋਂ ਬਣਿਆ ਹੈ ਸੋਗ। तो हर्ष का मतलब है खुशी, सोग का मतलब है दुख या गमी। सम यानी बराबर। तो भट्ट जी कहते हैं जा नाम समाधियो, जिन्हां ने भी नाम नू जपिया है, हरख सोग सम कर सहारे, उन्होंने खुशी ਅਤੇ ਗਮੇ ਨੂੰ ਇੱਕੋ ਜਿਹੇ ਮੰਨ ਕੇ ਬਰਾਬਰੀ ਨਾਲ ਜਰਿਆ ਹੈ। ਭਾਵ ਕਿ ਉਹਨਾਂ ਦੇ ਜੀਵਨ ਵਿੱਚ ਭਾਵੇਂ ਕੋਈ ਖੁਸ਼ੀ ਦਾ ਮੌਕਾ ਬਣਿਆ ਹੈ, ਭਾਵੇਂ ਕੋਈ ਗਮੀ ਦਾ ਮੌਕਾ ਬਣਿਆ ਹੈ, ਉਹਨਾਂ ਨੇ ਆਪਣੀ ਅਵਸਥਾ ਦੇ ਵਿੱਚ ਕੋਈ ਫਰਕ ਨਹੀਂ ਆਉਣ ਦਿੱਤਾ। ਆਮ ਦੁਨੀਆਦਾਰ ਜਿਵੇਂ ਕਰਦੇ ਹਨ ਕਿ ਭਈ ਖੁਸ਼ੀ ਦਾ ਕੋਈ ਕੰਮ ਕਾਰਨ ਬਣ ਜਾਵੇ ਤਾਂ ਉਛਲ ਕੇ ਪੈਂਦੇ ਹਨ, ਉਹਨਾਂ ਦੀ ਖੁਸ਼ੀ ਸਮਾਈ ਨਹੀਂ ਜਾਂਦੀ। ਉੱਚੀ ਨੱਚਣਾ ਟੱਪਣਾ, ਰੌਲਾ ਪਾਉਣਾ, ਕਈ ਕੁਝ ਇਸ ਤਰ੍ਹਾਂ ਦੇ ਕਰਮ ਕਰਦੇ ਹਨ, ਦਿਖਾਵੇ ਕਰਨੇ। ਇਹ ਆਮ ਦੁਨੀਆਦਾਰਾਂ ਦਾ ਕਰਮ ਹੈ। ਤੇ ਜੇ ਕੋਈ ਗਮੀ ਦਾ ਮੌਕਾ ਬਣ ਜਾਵੇ ਤਾਂ ਬਿਲਕੁਲ ਢੇਰੀ ਢਾਹ ਕੇ ਬਹਿ ਜਾਂਦੇ ਹਨ ਜਾਂ ਚੀਕਾਂ ਮਾਰ ਕੇ ਰੋਂਦੇ ਹਨ, ਪਿੱਟਦੇ ਹਨ। ਪਰ ਪਰਮਾਤਮਾ ਦਾ ਨਾਮ ਜਪਣ ਵਾਲੇ ਦੋਨਾਂ ਹੀ ਹਾਲਾਤਾਂ ਦੇ ਅੰਦਰ ਇੱਕ ਸਮਾਨ ਸਹਿਜ ਅਵਸਥਾ, ਟਿਕਾ ਦੀ ਅਵਸਥਾ ਵਿੱਚ ਰਹਿੰਦੇ ਹਨ। ਨਾ ਖੁਸ਼ੀ ਵੇਲੇ ਨੱਚ ਕੇ ਝੱਲੇ ਹੁੰਦੇ ਹਨ ਤੇ ਨਾ ਹੀ ਗਮੀ ਵੇਲੇ ਰੋ ਕੇ ਪਾਗਲ ਹੁੰਦੇ ਹਨ। ਤੋ ਇਹ ਨਾਮ ਦੀ ਮਹਿਮਾ ਹੈ ਜੋ ਇਨਸਾਨ ਨੂੰ ਇੱਕ ਤਰੀਕੇ ਦਾ ਤਵਾਜ਼ਨ ਜ਼ਿੰਦਗੀ ਵਿੱਚ ਬਖਸ਼ਦੀ ਹੈ। ਖੁਸ਼ੀ ਅਤੇ ਗਮੀ ਨੂੰ ਬਰਾਬਰੀ ਦੇ ਨਾਲ ਸਹਾਰਨ ਦੀ ਸਮਰੱਥਾ ਦਿੰਦੀ ਹੈ। ਨਾ ਹੀ ਕੱਪੜਿਆਂ ਤੋਂ ਬਾਹਰ ਹੁੰਦੇ ਹਨ ਖੁਸ਼ੀ ਦੇ ਵੇਲੇ ਤੇ ਨਾ ਹੀ ਬਿਲਕੁਲ ਢੇਰੀ ਢਾਹ ਕੇ ਬਹਿੰਦੇ ਹਨ ਗਮੀ ਦੇ ਵੇਲੇ। तो भट्ट खालसा जी नाम की महिमा बयान करदे होए इस पंक्ति च फरमाते हैं, जिन्हां ने भी नाम नू समाधिया जपिया है, वो अपने जीवन के अंदर खुशी ਅਤੇ गमी नू एक समान जरदे हैं, एक समान अवस्था विच ही रहंदे हैं। अगली पंक्ति च फरमाते हैं, नाम शिरोमणि सरबमय भगत रहे लिवतार। शिरोमणि श्रेष्ठ, उत्तम, सब तो उत्तम। शिरोमणि सिर दे उत्ते मणि, जिसके सिर दे उत्ते मणि होवे। तो ये आम तौर ते पुराने जमाने के अंदर ਜਿਹੜੇ नेता ਹੁੰਦੇ ਸਨ ਉਸ ਵਕਤ ਦੇ ਰਾਜਸੀ, ਜਿਹੜੇ ਜਿਨ੍ਹਾਂ ਦੇ ਕੋਲ ਸ਼ਕਤੀ ਹੁੰਦੀ ਸੀ, ਉਹ ਆਪਣੇ ਸਿਰ ਦੇ ਉੱਤੇ ਦਸਤਾਰ ਦੇ ਵਿੱਚ ਮਣੀ ਰੱਖਿਆ ਕਰਦੇ ਸਨ। ਇਸ ਤੋਂ ਪਤਾ ਲੱਗਦਾ ਸੀ ਕਿ ਵੀ ਉਹਨਾਂ ਦੀ ਸਮਰੱਥਾ ਹੈ ਕਿ ਉਹ ਕੀਮਤੀ ਚੀਜ਼ਾਂ ਆਪਣੇ ਕੋਲ ਰੱਖ ਸਕਦੇ ਹਨ ਤੇ ਉਹਨਾਂ ਦੀ ਜਿਹੜੀ ਤਾਕਤ ਹੈ ਉਸ ਦਾ ਲੋਕੀ ਲੋਹਾ ਮੰਨਦੇ ਹਨ। तो उत्थों लफ्ज बन गया शिरोमणि। शिरोमणि भाव श्रेष्ठ, उत्तम। नाम शिरोमन सर्बमय। सर्बमय का मतलब है सारियां दे विच व्यापक। ये मैं लफ्ज मम्मे के उत्ते दुलाइयां है लेकिन इसका उच्चारण मय का होएगा, जिवें मम्मा और यैया हुंदा है मय। मय का अर्थ हुंदा है विच। तो सर्बमय का अर्थ है सारियां दे विच, और सर्ब व्यापक। तो नाम शिरोमन सरबमय भगत रहे लिवतार। सब पदार्थां विचों सरबमय, सरब व्यापक हरि का नाम ही शिरोमणि है, उत्तम है। ਅਤੇ ऐसे उत्तम नाम दे विच भगत लोग अपनी सुरत जोड़ के, बिरती नूं जोड़ के टिके रहंदे हन। भगत रहे लिवतार। लिव भाव सुरती जोड़ के ध्यान ਉਹਦੇ ਅੰਦਰ ਟਿਕਾ ਕੇ ਉਸ परमात्मा ਦੇ ਨਾਮ ਦੇ ਅੰਦਰ ਹੀ ਆਪਣਾ ਧਿਆਨ ਜੋੜਦੇ ਹਨ। तो ये सारे सोइए च नाम की महिमा ही चल रही है कि नाम 33 करोड़ देवते भी ध्यानते हैं, साधक सिद्ध ਅਤੇ इंसान भी ध्यानते हैं। इस नाम ਦੇ ही टिकाए हुए सृष्टि ਦੇ खंड और ब्रह्मंड ਹਨ। जिन्हां ने भी नाम ਨੂੰ ਜਪਿਆ ਹੈ ਉਹ खुशी ਅਤੇ गमी ਨੂੰ ਇੱਕ ਬਰਾਬਰ ਜਾਣਦੇ ਹਨ। ऐसे श्रोमणी उत्तम नाम ਜਿਹੜਾ
ਸਰਵ ਵਿਆਪਕ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦੇ ਭਗਤ ਉਹਦੇ ਅੰਦਰ ਹੀ ਆਪਣੀ ਸੁਰਤ ਜੋੜ ਕੇ ਟਿਕੇ ਰਹਿੰਦੇ ਹਨ। तो ये सारी महिमा नाम की बयान करके फिर आखिरी पंक्ति च भट्ट जी कहते हैं, सोई नाम पदार्थ अमर गुर उस दियो करतार, कि ऐसा ही उत्तम नाम पदार्थ परमात्मा ने त्रुट के तुस का अर्थ है तुष, खुश होके त्रुट के बख्शिश के घर में आके मेहर दे विच आके करतार दे रारे नूं सियारी है जिसका अर्थ होएगा करतार ने, उस क्रिएटर परमात्मा ने गुरु अमरदास जी नूं दिता है। सोई नाम पदार्थ अमर गुर तुस दियो करतार, अमर गुरु जी नूं, गुरु अमरदास जी नूं परमात्मा ने त्रुट के मेहर करके उन्हां दे उपर खुश होके ऐसा उत्तम नाम पदार्थ जिहड़ा है वो गुरु अमरदास जी नूं बख्शिश कीता है। अगों सतवां सवैया है जी, सत सूरो शील बलवंत, सत पाए संगत सगन, गरु मत निर्वैर लीना। सत सूरो शील बलवंत, सत पाए संगत सगन, गरु मत निर्वैर लीना। जिस धीरज धुर धवल तुझा, सेत बैकुंठ बीना। परसै संत प्यार जे करतारै संजोग, सतगुरु सेव सुख पायो अमर गुर कीतो जोग। सत सूरो भाव सत दा सूरमा, सच दा सूरमा। सच बोलना हर किसी के वस की गल नहीं है। सच बोलने वास्ते बहुत ही मानसिक ताकत आत्मक शक्ति चाहिए है, ता ही इंसान हमेशा सच बोल सकता है। दुनियावी लोग जिहड़े हन मौके मुताबिक कंप्रोमाइज़ कर लेंदे हन, या सच की जगह झूठ बोल देंदे हन या सच छुपा लेंदे हन। ਜਦੋਂ कभी भी देखते हैं तो उन्होंने ये नाम दे देंदे हन कि डिप्लोमेसी है, ये समाजिक जो है मर्यादा के अधीन है कि चुप रहना चाहिए है, सच नूं थोड़ा जिहा छुपा लेना चाहिए है। पर सत नूं सत बयान करना ये किसी मर्द सूरमे का ही काम है। सत सूरो शील बलवंत, शील का अर्थ है मिठा सुभाव, ते बलवंत का अर्थ है बलवान। तो शील बलवंत जो दोनों लफज इकट्ठे आए हैं तो उत्थे भाव है कि शांत सुभाव के विच भी तगड़ा है। सत बोलन विच तां सूरमा है ही है, पर शांत सुभाव टॉलरेंस सहनशीलता के विच भी तगड़ा है। सहनशीलता भी एक किसी बलवान ताकतवर शक्तिवान सूरमे का ही काम है। कुछ लोग तो सिर्फ इस करके वधीकी सहन कर जाते हैं कि उन्होंने अंदर समर्था नहीं होंगी, कमजोरी होंगी है, डर के तो वो वधीकी भी सहन कर जाते हैं। वधीकी सहन करना सहनशीलता नहीं है। सहनशीलता है कि जे कोई बंदा तुहाडे नाल कोई ऐसा व्यवहार करता है जो उसके माड़े आचरण का ही हिस्सा है, ਉਹਦੇ ਸੁਭਾਅ ਦਾ ਹੀ ਹਿੱਸਾ ਹੈ, ਉਹਦੀ ਕਮਜ਼ੋਰੀ ਹੈ, ਤਾਂ ਉਹਦੇ ਬਾਰੇ ਬਦਲੇ ਦੀ ਭਾਵਨਾ, ਨਫ਼ਰਤ ਦੀ ਭਾਵਨਾ ਮਨ ਵਿੱਚ ਨਾ ਲਿਆਣੀ, ਬਲਕਿ ਉਸ ਦੀ ਕਮਜ਼ੋਰੀ ਨੂੰ ਰਿਕਗਨਾਈਜ਼ ਕਰਦਿਆਂ ਹੋਇਆਂ, ਸਮਝਦਿਆਂ ਹੋਇਆਂ ਉਹਦੇ ਤੇ ਤਰਸ ਕਰਕੇ ਉਸ ਨੂੰ ਸੁਧਾਰਨ ਦਾ ਯਤਨ ਕਰਨਾ, ਇਹ ਸਹਿਨਸ਼ੀਲਤਾ ਹੈ। ਜਿਹੜਾ ਕਮਜ਼ੋਰੀ ਕਰਕੇ ਕਿਸੇ ਡਾਢੇ ਦਾ ਜ਼ੁਲਮ ਸਹਾਰ ਜਾਵੇ ਉਹ ਸਹਿਨਸ਼ੀਲਤਾ ਨਹੀਂ ਗਿਣੀ ਜਾਂਦੀ। पर अगर जे समर्था ਹੁੰਦਿਆਂ ਹੋਇਆਂ भी किसी की गलती ਨੂੰ सहार के उसनों सुधारन का यतन करना, ये है शील बलवंत होना, शांत सुभाव सहनशील सुभाव के विच तगड़े होना। सत पाए
ਸ਼ਾਂਤ ਸੁਭਾਅ ਦੇ ਵਿੱਚ ਸੱਤ ਪਾਏ ਸੰਗਤ ਸਗਨ। ਸ਼ਾਂਤ ਸੁਭਾਅ ਦੇ ਵਿੱਚ ਤਗੜਾ ਹੋਣਾ ਅਤੇ ਵੱਡੀ ਸੰਗਤ ਵਾਲਾ। ਸੰਗਤ ਸਗਨ, ਸਗਨ ਦਾ ਜੋ ਅਖਰੀ ਅਰਥ ਹੁੰਦਾ ਹੈ ਜਿੱਥੇ ਜ਼ਿਆਦਾ ਕੰਸੈਂਟਰੇਸ਼ਨ ਹੋਵੇ, ਘਨੇ ਦਾ ਅਰਥ ਹੁੰਦਾ ਬਹੁਤੇ। ਸਗਨ ਦਾ ਮਤਲਬ ਹੀ ਹੁੰਦਾ ਹੈ ਡੈਂਸ, ਜਿੱਥੇ ਬਹੁਤੀ ਸੰਗਤ ਹੋਵੇ। ਤਾਂ ਸੰਗਤ ਸਗਨ ਤੋਂ ਭਾਵ ਹੈ ਜ਼ਿਆਦਾ ਵੱਡੀ ਸੰਗਤ ਵਾਲਾ। ਗਰੂ ਮਤ, ਗਰੂ ਲਫ਼ਜ਼ ਦਾ ਵੀ ਜੋ ਅਰਥ ਹੈ ਉਹ ਹੈ ਗਹਿਰੀ ਜਾਂ ਡੂੰਘੀ ਮਤ, ਡੀਪ ਥਾਟ ਵਾਲਾ, ਜੋ ਜ਼ਿਆਦਾ ਡੂੰਘਾਈ ਨਾਲ ਕਿਸੇ ਚੀਜ਼ ਨੂੰ ਸਮਝ ਸਕਦਾ ਹੈ। ਨਿਰਵੈਰ, ਜੋ ਕਿਸੇ ਨਾਲ ਵੈਰ ਨਹੀਂ ਕਰਦਾ। ਇਹ ਸਾਰੀਆਂ ਸਿਫਤਾਂ ਭੱਟ ਕਲਸਹਾਰ ਜੀ ਗੁਰੂ ਅਮਰਦਾਸ ਜੀ ਦੀਆਂ ਕਰ ਰਹੇ ਹਨ ਕਿ ਗੁਰੂ ਅਮਰਦਾਸ ਜੀ ਸੱਚ ਦੇ ਸੂਰਮੇ ਹਨ, ਭਾਵ ਉਸ ਸੱਚ ਦੇ ਸਰੂਪ ਜੋ ਪਰਮਾਤਮਾ ਹੈ ਉਹਦੇ ਨਾਮ ਦੇ ਵਿੱਚ ਜੁੜੇ ਰਹਿਣ ਕਰਕੇ ਹਰ ਸਮੇਂ ਸੱਚ ਦੇ ਨਾਲ ਜੁੜੇ ਰਹਿੰਦੇ ਹਨ ਅਤੇ ਸੱਚ ਹੀ ਹਮੇਸ਼ਾ ਬਿਆਨ ਕਰਦੇ ਹਨ। ਸ਼ੀਲਵੰਤ ਹਨ, ਸ਼ਾਂਤ ਸੁਭਾਅ ਦੇ ਵਿੱਚ ਰਹਿੰਦੇ ਹਨ, ਸ਼ਾਂਤ ਸੁਭਾਅ ਦੇ ਵਿੱਚ ਤਗੜੇ ਹਨ, ਵੱਡੀ ਸੰਗਤ ਵਾਲੇ ਹਨ, ਗਹਿਰ ਗੰਭੀਰ ਡੂੰਘੀ ਮੱਤ ਵਾਲੇ ਹਨ ਅਤੇ ਹਮੇਸ਼ਾ ਹੀ ਉਸ ਨਿਰਵੈਰ ਹਰੀ ਦੇ ਵਿੱਚ, ਨਾਮ ਦੇ ਵਿੱਚ ਲੀਨ ਰਹਿੰਦੇ ਹਨ। ਨਿਰਵੈਰ ਲਫ਼ਜ਼ ਜਿਹੜਾ ਹੈ ਉਹ ਪਰਮਾਤਮਾ ਦੇ ਪ੍ਰਥਾਏ ਹੋਇਆ ਹੈ ਕਿ ਇਹ ਸਾਰੇ ਗੁਣਾਂ ਨੂੰ ਧਾਰਨ ਕਰਨ ਵਾਲੇ ਗੁਰੂ ਅਮਰਦਾਸ ਜੀ ਸਦਾ ਹੀ ਨਿਰਵੈਰ ਪਰਮਾਤਮਾ ਦੇ ਵਿੱਚ ਲੀਨ ਰਹਿੰਦੇ ਹਨ। ਫਿਰ ਅਗਲੀ ਪੰਕਤੀ ਵਿੱਚ ਵੀ ਭੱਟ ਜੀ ਉਹਨਾਂ ਦੀ ਵਡਿਆਈ ਕਰਦੇ ਹੋਇਆ ਕਹਿੰਦੇ ਹਨ, ਜਿਸ ਧੀਰਜ ਧੁਰ ਧਵਲ ਤੁਜਾ, ਜਿਸ ਧੀਰਜ ਧੁਰ ਧਵਲ ਤੁਜਾ, ਸੇਤ ਬੈਕੁੰਠ ਬੀਨਾ। ਧੁਰ ਦਾ ਅਰਥ ਹੈ ਧੁਰ ਤੋਂ, ਪਰਮਾਤਮਾ ਦੀ ਦਰਗਾਹ ਤੋਂ, ਪਰਮਾਤਮਾ ਵੱਲੋਂ ਹੀ। ਇਹ ਧੀਰਜ ਧਵਲ ਤੁਜਾ, ਇਹ ਤਿੰਨੋਂ ਇਕੱਠੇ ਲਫ਼ਜ਼ ਕਰਕੇ ਅਰਥ ਨਿਕਲੇਗਾ ਕਿ ਜਿਸ ਦੇ ਧੀਰਜ ਦਾ ਚਿੱਟਾ ਝੰਡਾ। ਧੀਰਜ ਦਾ ਅਰਥ ਵੀ ਕੋਈ ਹੈ ਤਕਰੀਬਨ ਸਹਿਨਸ਼ੀਲਤਾ ਵਾਲਾ। ਇਹ ਧਵਲ ਦਾ ਅਰਥ ਹੁੰਦਾ ਹੈ ਸਫੇਦ, ਚਿੱਟਾ। ਤੁਜਾ ਤਵਾਜੀ ਲਫ਼ਜ਼ ਤੋਂ ਬਣਿਆ ਹੈ ਜਿਹਦਾ ਅਰਥ ਹੁੰਦਾ ਹੈ ਝੰਡਾ, ਨਿਸ਼ਾਨ। तो ਭੱਟ ਜੀ ਕਹਿੰਦੇ ਹਨ ਕਿ ਗੁਰੂ ਅਮਰਦਾਸ ਜੀ ਦੇ ਧੁਰ ਦਰਗਾਹ ਤੋਂ ਮਿਲਿਆ ਹੋਇਆ ਧੀਰਜ ਰੂਪ ਝੰਡਾ, ਸੇਤ ਬੈਕੁੰਠ ਬੀਨਾ। ਸੇਤ ਕਹਿੰਦੇ ਹਨ ਪੁੱਲ ਨੂੰ, ਤੇ ਬੈਕੁੰਠ ਬੀਨਾ, ਬੀਨਾ ਤੋਂ ਭਾਵ ਹੈ ਬਣਿਆ ਹੋਇਆ ਹੈ, ਟਿਕਿਆ ਹੋਇਆ ਹੈ। तो इसका भाव की होया? ਭੱਟ ਕਲਸਹਾਰ ਜੀ ਕਹਿੰਦੇ ਹਨ ਕਿ ਗੁਰੂ ਅਮਰਦਾਸ ਜੀ ਦੇ ਸਹਿਨਸ਼ੀਲਤਾ ਦਾ, ਧੀਰਜ ਦਾ ਧੁਰੋਂ ਪ੍ਰਾਪਤ ਹੋਇਆ ਚਿੱਟਾ ਝੰਡਾ ਬੈਕੁੰਠ ਨੂੰ ਜਾਣ ਵਾਲੇ ਪੁਲ ਦੇ ਉੱਤੇ ਬਣਿਆ ਹੋਇਆ ਹੈ ਤੇ ਉਸ ਰਾਹ ਤੇ ਤੁਰਨ ਵਾਲਿਆਂ ਦੀ ਅਗਵਾਈ ਕਰ ਰਿਹਾ ਹੈ। ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਵੀ ਕਿਤੇ ਕੋਈ ਬਹੁਤ ਲੋਕਾਂ ਨੇ ਕਿਸੇ ਨਵੇਂ ਰਸਤੇ ਤੇ ਜਾਣਾ ਹੋਵੇ ਜਾਂ ਜਿੱਥੇ ਲੋਕਾਂ ਨੂੰ ਬੁਲਾਇਆ ਗਿਆ ਹੋਵੇ, ਦੂਰੋਂ ਦੂਰੋਂ ਸੰਗਤਾਂ ਨੂੰ ਬੁਲਾਇਆ ਗਿਆ ਹੋਵੇ, ਇਕੱਠ ਕਰਨਾ ਹੋਵੇ, ਤੇ ਇਹ ਵੀ ਪਤਾ ਹੋਵੇ ਕਿ ਜਿੱਥੋਂ ਲੋਕੀ ਆ ਰਹੇ ਹਨ ਉਹ ਇਸ ਰਾਹ ਤੇ ਪਹਿਲੀ ਵਾਰ ਹੀ ਆ ਰਹੇ ਹਨ, ਉਹਨਾਂ ਨੂੰ ਰਾਹ ਦੀ ਪੂਰੀ ਜਾਣਕਾਰੀ ਨਹੀਂ ਹੈ, ਤਾਂ ਆਰਗੇਨਾਈਜ਼ਰ ਕੀ ਕਰਦੇ ਹਨ ਕਿ ਮੇਨ ਜਗ੍ਹਾਵਾਂ ਤੇ ਉੱਤੇ ਜਿੱਥੇ ਵੀ ਕਿਸੇ ਕੋਈ ਰਾਹ ਨੂੰ ਪਛਾਣਨ ਦੀ ਜ਼ਰੂਰਤ ਹੁੰਦੀ ਹੈ ਉੱਥੇ ਉਸ ਸਮਾਗਮ ਨਾਲ ਸੰਬੰਧਿਤ ਝੰਡੇ ਲਗਾ ਦਿੰਦੇ ਹਨ ਕਿ ਭਈ ਝੰਡਿਆਂ ਨੂੰ ਦੇਖ ਕੇ ਜਿਹੜੀਆਂ ਆਉਣ ਵਾਲੀ ਸੰਗਤਾਂ ਨੇ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਸਾਡੇ ਸਮਾਗਮ ਦੀ ਜਗ੍ਹਾ ਇਸ ਤਰਫ ਹੈ, ਰਸਤਾ ਇੱਧਰ ਹੈ। ਉਹ ਝੰਡਾ ਜਿਹੜਾ ਹੈ ਉਹ ਸਹੀ ਰਾਹ ਦੀ ਅਗਵਾਈ ਕਰਨ ਦਾ ਕੰਮ ਕਰਦਾ ਹੈ। तो इतने ਭੱਟ ਕਲਸਹਾਰ जी कहते हैं कि गुरु अमरदास जी ਨੂੰ ਜੋ ਧੁਰ ਦਰਗਾਹ ਤੋਂ ਸਹਿਨਸ਼ੀਲਤਾ ਦਾ ਜੋ ਸਫੇਦ ਝੰਡਾ ਮਿਲਿਆ ਹੈ, ਜੋ ਸ਼ਾਂਤੀ ਸੂਚਕ ਹੈ, ਜੋ ਧੀਰਜ ਦਾ ਸੂਚਕ ਹੈ, ਉਹ ਝੰਡਾ ਸੰਗਤਾਂ ਦੀ ਅਗਵਾਈ ਕਰਨ ਵਾਸਤੇ ਬੈਕੁੰਠ ਨੂੰ ਜਿਹੜਾ ਪੁੱਲ ਜਾਂਦਾ ਹੈ, ਜਿਹੜਾ ਬੈਕੁੰਠ ਨੂੰ ਰਾਹ ਜਾਂਦਾ ਹੈ, ਉਸ ਰਾਹ ਤੇ ਇਹ ਲੋਕਾਂ ਦੀ ਅਗਵਾਈ ਕਰਦਾ ਹੈ। ਭਾਵ ਕੀ ਹੈ ਕਿ ਜਿਹੜਾ ਵੀ ਗੁਰੂ ਅਮਰਦਾਸ ਜੀ ਦੀ ਸਿੱਖਿਆ ਨੂੰ अपना लेंदा है, गुरु अमरदास जी के उपदेश के अनुसार जीवन की घालना घालता है, जीवन के गुरु जी के उपदेशों की कमाई करता है, उन्होंने बैकुंठ का राह मिल जाता है। भाव वो फिर दुनिया के कष्टों तो, दुखों तो
ਪਾਸੇ ਹੋ ਜਾਂਦਾ ਹੈ, ਗਲਤ ਰਾਹਾਂ 'ਚ ਨਹੀਂ ਪੈਂਦਾ, ਸਿੱਧਾ ਸਿੱਧਾ ਰਾਹ ਉਹਨੂੰ ਮਿਲ ਜਾਂਦਾ ਹੈ ਪਰਮਾਤਮਾ ਦੀ ਦਰਗਾਹ ਦੇ ਵਾਲੇ ਪਾਸੇ ਪਹੁੰਚਣ ਦਾ। ਉਹ ਇਹ ਇੱਕ ਸੰਕੇਤਕ ਤਰੀਕਾ ਹੈ ਇਹ ਗੱਲ ਨੂੰ ਸਮਝਾਉਣ ਦਾ ਕਿ ਗੁਰੂ ਅਮਰਦਾਸ ਦੀ ਸਿੱਖਿਆ ਜਿਹੜੀ ਹੈ ਉਹ ਇਨਸਾਨ ਨੂੰ ਜੀਵਨ ਦੇ ਸਹੀ ਮਾਰਗ ਤੇ ਚੱਲਣ ਦਾ ਢੰਗ ਸਮਝਾਉਂਦੀ ਹੈ ਕਿ ਜਿਹੜੇ ਗੁਰੂ ਅਮਰਦਾਸ ਜੀ ਦੀ ਸਿੱਖਿਆ ਨੂੰ ਧਾਰਨ ਕਰਦੇ ਹਨ ਉਹ ਗਲਤ ਕੰਮਾਂ ਤੋਂ, ਮਾੜੇ ਕੰਮਾਂ ਤੋਂ ਬਚ ਜਾਂਦੇ ਹਨ ਤੇ ਐਸੇ ਜੀਵਨ ਦਾ ਢੰਗ ਅਪਣਾ ਲੈਂਦੇ ਹਨ ਜਿਸ ਢੰਗ ਦੇ ਨਾਲ ਜੀਣ ਸਦਕਾ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਥਾਂ ਮਿਲ ਜਾਂਦੀ ਹੈ, ਟਿਕਾਣਾ ਮਿਲ ਜਾਂਦਾ ਹੈ। तो जिस धीरज धुर तवल तुझा सेत बैकुंठ बीना। गुरु अमरदास जी दे सहनशीलता का, धीरज का जो झंडा दुर्दरगाह तो मिलिया होया है वो झंडा बैकुंठ दे पुल दे उत्ते टिकिया होया है। परसे संत प्यार जे करतारै संजोग। ये करतारै संजोग जिस गुरु अमरदास जी का करतार दे नाल, करतार है भाव करतार दे नाल, उस क्रिएटर परमात्मा दे नाल संजोग भाव जोड़ है, संबंध बनिया होया, प्यार का रिश्ता बनिया होया है। गुरु अमरदास जी का संजोग सीधा करतार दे नाल है, परमात्मा दे नाल है। उसे गुरु अमरदास जी नूं संत जन जिहड़े हन प्यार दे नाल परसदे हन, उस प्यार रूप गुरु जी नूं परसदे हन, उन्हां दी शरण विच आंदे हन, उन्हां दी संगत करदे हन। तो परसै संत प्यार जै करतारै संजोग। इसनूं पहला सैकंड पार्ट जिहड़ा है तुक दा ਉਹਦੇ अर्थ करके फिर पहले हिस्से का अर्थ करन नाल गल स्पष्ट हो जाती है कि जिस गुरु अमरदास जी का संजोग प्यार भरिया रिश्ता करतार दे नाल है, परमात्मा दे नाल है, संत जन उसे प्यार स्वरूप गुरु अमरदास जी नूं परसदे हन, उन्हां दी संगत करदे हन। ते फिर की हुंदा है उस संगत करके सतगुरु सेव सुख पायो अमर गुर कीतो जोग। तो ऐसे संत जन जदों परमात्मा नाल जुड़े हुए गुरु अमरदास जी की संगत करते हैं तो सतगुरु सेव सुख पायो। सतगुरु जी नूं सेव के उन्हां दी सेवा करके उन्हां दे हुक्मां दे उत्ते चल के उन्हां दे हुक्मां नूं खिड़े मत्थे प्रवान करके अपने जीवन विच उन्हां दे हुक्मां दी भाल कमाई करके सुख प्राप्त करते हैं। क्यों? क्योंकि गुरु अमरदास जी ने उन्होंने इस लायक बना दिता है अपने देशा सदका। अमर गुर कीतो जोग, जोग मैंने हुंदा है इस योग, इस लायक। जिवें आम साडे बोलचाल विच असीं कहंदे हां मैं तां इह काम करन जोगा ही नहीं हां, भाव मेरे 'च इह वाली समर्था नहीं है कि मैं ये काम कर सकां, ये मेरे वस दा काम नहीं है, मेरे जोगा काम नहीं है, मैं इस काम नूं करन जोगा नहीं हां। तो उस सेंस विच इत्थे जोग लफ्ज़ वरतिया गया है कि सतगुरु सेव सुख पायो अमर गुर कीतो जोग। अमर ते रारे नूं सियारी है, अमर ने गुरु अमरदास जी ने कीतो जोग, इस जोग बना दिता उन्हां नूं जिहड़े गुरु जी की सेवा दे विच आए, जिन्हां ने गुरु जी की शरण लई, जिन्हां ने गुरु जी के उपदेश की कमाई की। तो परसै संत प्यार जय करतारै संजोग, सतगुरु सेव सुख पायो अमर गुर कीतो जोग। जिन्हां ने भी प्यार भरी शरण प्यार नाल गुरु अमरदास जी की शरण विच जिहड़े आए, जिस गुरु अमरदास जी का संबंध परमात्मा नाल जुड़िया होया है, उन्होंने गुरु जी की शरण विच आके सुख पाया क्योंकि गुरु अमरदास जी ने उन्होंने इस लायक बना दिता। 8वें सवैये च हुण भट्ट खालसार जी फरमाते हैं, नाम नावन नाम रस खान और भोजन, नाम रस सदा चाहे मुख मिष्ट बाणी। नाम नावन नाम रस खान और भोजन, नाम रस सदा चाहे मुख मिष्ट बाणी। धन सतगुरु सेवियो जिस पसाए गत अगम जानी। कुल शंभु समुद्र पायो नाम निवास, सकयथ जन्म कल उच्चरै गुर परस्यो अमर प्रगास। हुण भट्ट जी कहते हैं
ਕਿ ਗੁਰੂ ਅਮਰਦਾਸ ਜੀ ਦੇ ਲਈ ਨਾਮ ਨਾਵਨ, ਨਾਮ ਹੀ ਉਹਨਾਂ ਵਾਸਤੇ ਇਸ਼ਨਾਨ ਹੈ। ਨਾਮ ਹੀ ਖਾਣਾ ਔਰ ਭੋਜਨ ਦਾ ਰਸ ਹੈ। ਨਾਮ ਰਸ ਖਾਨ ਔਰ ਭੋਜਨ, ਨਾਮ ਰਸ ਸਦਾ ਚਾਹੇ ਮੁਖ ਮਿਸ਼ਟ ਬਾਣੀ। ਨਾਮ ਦਾ ਰਸ ਹੀ ਉਹਨਾਂ ਦੇ ਵਾਸਤੇ ਉਤਸ਼ਾਹ ਦੇਣ ਵਾਲਾ ਹੈ। ਸਦਾ ਚਾਹੇ, ਚਾਹੇ ਚਾਹੇ ਦਾ ਅਰਥ ਹੈ ਚਾਓ, ਉਤਸ਼ਾਹ। ਮੁਖ ਮੂੰਹ ਵਿੱਚ, ਮਿਸ਼ਟ ਮਿੱਠੀ ਬਾਣੀ। तो पूरी पंक्ति का अर्थ होया नाम नावन, नाम ही इश्नान है। नाम रस खान और भोजन, नाम ही खाने और भोजन का रस है। नाम रस सदा चाहे मुख मिष्ट बाणी, मूँह तो मिठे बचन बोलन का जो हमेशा उन्होंने चाह है, उसका रस भी उन्होंने वास्ते नाम ही है। तो कहने तो भाव की है कि गुरु अमरदास जी के जीवन के अंदर हर एक्शन, हर काम ਜਿਹੜਾ ਰੂਟੀਨ ਦਾ ਕੰਮ ਵੀ ਹੈ, ਹਰ ਕੰਮ ਦੇ ਅੰਦਰ ਪਰਮਾਤਮਾ ਦੀ ਯਾਦ ਜਿਹੜੀ ਹੈ, ਪਰਮਾਤਮਾ ਦਾ ਨਾਮ ਜਿਹੜਾ ਹੈ, ਉਹ ਕਦੇ ਵੀ ਉਹਨਾਂ ਦੇ ਧਿਆਨ ਵਿੱਚੋਂ ਨਹੀਂ ਨਿਕਲਦਾ। ਹਮੇਸ਼ਾ ਹੀ ਪਰਮਾਤਮਾ ਦੀ ਯਾਦ ਉਹਨਾਂ ਦੇ ਜੀਵਨ ਦੇ ਹਰ ਕਰਮ ਦੇ ਅੰਦਰ ਜੁੜੀ ਰਹਿੰਦੀ ਹੈ। ਚਾਹੇ ਉਹ ਇਸ਼ਨਾਨ ਕਰਦੇ ਹਨ, ਚਾਹੇ ਖਾਣਾ ਪੀਣਾ ਭੋਜਨ ਕਰਦੇ ਹਨ, ਕਿਸੇ ਨਾਲ ਗੱਲਬਾਤ ਕਰਦੇ ਹਨ, ਕੋਈ ਕੰਮ ਵੀ ਕਰਦੇ ਹਨ, ਹਰ ਕੰਮ ਦੇ ਕਰਨ ਦੇ ਚਾਅ ਦੇ ਵਿੱਚ ਔਰ ਮਿੱਠੇ ਬਚਨ ਬੋਲਦੇ ਹਨ। ਸਭ ਕੰਮਾਂ ਦੇ ਵਿੱਚ परमात्मा का नाम जिहड़ा है उन्होंने हर एक्शन के अंदर उन्होंने याद विच, उन्होंने सुरत विच टिकिया रहिंदा है। अन सतगुरु सेवियो जिस पसाए गत अगम जानी। धन सतगुरु सेवियो, ओ गुरु अंगद देव जी धन हन जिस सच्चे गुरु नूं सेव के, जिन्हां दी शरण विच आके, जिन्हां नूं परस के, जिन्हां दी कृपा दे नाल गुरु अमरदास जी ने उस अपहुंच परमात्मा की गत जानी है, उहदी अवस्था नूं पछाण लिया है। तो ये सतगुरु लफज जिहड़ा पहले वाला आया है, वो गुरु अंगद देव जी वास्ते आया है कि गुरु अमरदास जी ने गुरु अंगद देव जी की शरण विच आके उन्हां दी सेवा दे अंदर उन्हां दी कृपा सदका जिस पसाए, पसाए का अर्थ है पसाओ या प्रसाद, जिसकी कृपा, जिस पसाए, जिस गुरु अंगद देव जी की कृपा सदका गत अगम जानी। अगम लफज परमात्मा वास्ते आया है जो अपहुंच है। तो उस अगम परमात्मा की गत नूं गुरु अमरदास जी ने जानिया है गुरु अंगद देव जी की शरण विच आके उन्होंने कृपा सदका। तो इस सारी पंक्ति का अर्थ है धन सतगुरु सेवियो जिस पसाए गत अगम जानी। गुरु अमरदास जी ने गुरु अंगद देव जी की शरण विच आके उन्होंने कृपा सदका अपहुंच परमात्मा की अवस्था नूं जान लिया है। तो धन धन वो गुरु अंगद देव जी भी धनता दे योग हन। कुल संभूह समुद्र है पायो नाम निवास। कुल संभूह, कुलां दे समूह, सारियां कुलां, समुद्रे, समुद्रे का भाव है तार दित्तियां हन, तारियां गईयां हन। पायो नाम निवास, नाम का निवास, नाम नूं हिरदे विच टिकाया है। तो ये गुरु अमरदास जी वास्ते कह रहे हैं कि गुरु अमरदास जी ने अपने हिरदे दे विच नाम नूं टिकाया है। नाम उन्होंने हिरदे विच निवास करता है और इस नाम का सदका ही उन्होंने कईयां दियां जो उन्होंने शरण विच आए हैं उन्होंने कुलां नूं तार दिता है। भाव की है जो भी गुरु अमरदास जी की शरण विच आंदा है वो उन्हां पासों उपदेश ग्रहण करके सिक्ख्या लैके वो अपने जीवन दे विच तब्दीली करता है, अपना जीवन चंगा कर लेंदा है। तो फिर उहदी संगत दे विच उहदे परिवार दे लोग भी अपने जीवन दे विच अपने आप नूं ढाल लैंदे हन, चंगे पासे तुर पैंदे हन। तो जो गुरु अमरदास जी की शरण विच आंदा है वो आप तो तरदा ही है, अपने संगियां साथियां अपने घर परिवार वालियां नूं भी तारन दे विच सहाई हुंदा है। तो आप तो तरदा ही है, उहदी कुल भी तर जाती है। तो उस सेंस विच भगत भट्ट खालसार जी कहते हैं कि कुल समूह समुद्र है पायो नाम निवास। गुरु अमरदास जी ने
ਆਪਣੇ ਹਿਰਦੇ ਦੇ ਵਿੱਚ ਨਾਮ ਦਾ ਨਿਵਾਸ ਕਰਕੇ, ਨਾਮ ਨੂੰ ਟਿਕਾ ਕੇ ਕਈਆਂ ਦੀਆਂ ਕੁਲਾਂ ਨੂੰ ਤਾਰ ਦਿੱਤਾ ਹੈ, ਕਈਆਂ ਦਾ ਉਧਾਰ ਕੀਤਾ ਹੈ। ਆਖਰੀ ਪੰਕਤੀ 'ਚ ਕਹਿੰਦੇ ਹਨ, ਸਕਿਆਥ ਜਨਮ ਕਲ ਉਚਰੈ, ਗੁਰ ਪਰਸਿਓ ਅਮਰ ਪ੍ਰਗਾਸ। ਸਕਿਆਥ ਇਹ ਲਫ਼ਜ਼ ਕੱਲ ਵੀ ਆਇਆ ਸੀਗਾ, ਇਹਦਾ ਅਰਥ ਹੈ ਸਕਾਰਥਾ, ਸਫਲ। ਕਲ ਉਚਰੈ, ਕਲ ਕਵੀ ਉਚਰਦਾ ਹੈ, ਕਲ ਕਵੀ ਇਹ ਗੱਲ ਕਹਿੰਦਾ ਹੈ ਕਿ ਸਕਿਆਥ ਜਨਮ, ਉਸਦਾ ਜਨਮ ਸਕਿਆਥ ਹੈ, ਸਕਾਰਥਾ ਹੈ, ਸਫਲ ਹੈ। ਕਿਸਦਾ? ਗੁਰ ਪਰਸਿਓ ਅਮਰ ਪ੍ਰਗਾਸ, ਜਿਸਨੇ ਪ੍ਰਕਾਸ਼ ਰੂਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ, ਭਾਵ ਉਹਨਾਂ ਦੀ ਸੰਗਤ ਕੀਤੀ ਹੈ। ਤੋ ਸਾਰੇ ਸਵਈਏ ਦੇ ਅੰਦਰ ਗੁਰੂ ਅਮਰਦਾਸ ਜੀ ਦੀ ਮਹਿਮਾ ਕਰਦਿਆਂ ਹੋਇਆਂ ਭੱਟ ਕਲ ਸਹਾਰ ਜੀ ਕਹਿੰਦੇ ਹਨ ਕਿ ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਦੀ ਹਰ ਐਕਟੀਵਿਟੀ ਦੇ ਵਿੱਚ, ਹਰ ਕੰਮ ਦੇ ਅੰਦਰ ਪ੍ਰਮਾਤਮਾ ਦਾ ਨਾਮ ਜੁੜਿਆ ਹੋਇਆ ਹੈ। ਨਹਾਣਾ, ਖਾਣਾ, ਪੀਣਾ, ਤੁਰਨਾ, ਗੱਲਬਾਤ ਕਰਨੀ, ਸਭ ਚੀਜ਼ਾਂ ਦੇ ਵਿੱਚ ਉਹਨਾਂ ਦੇ ਨਾਮ, ਉਹਨਾਂ ਦੇ ਅੰਦਰ ਨਾਮ, ਉਹਨਾਂ ਦੀ ਸੁਰਤ ਜਿਹੜੀ ਹੈ ਨਾਮ ਦੇ ਵਿੱਚ ਜੁੜੀ ਰਹਿੰਦੀ ਹੈ। ਗੁਰੂ ਅੰਗਦ ਦੇਵ ਜੀ ਧੰਨ ਹਨ, ਜਿਨ੍ਹਾਂ ਦੀ ਸੰਗਤ ਵਿੱਚ ਆ ਕੇ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਬਖਸ਼ਿਸ਼ ਸਦਕਾ ਉਸ ਅਕਾਲ ਪੁਰਖ ਦੀ ਅਵਸਥਾ ਨੂੰ ਜਾਣ ਲਿਆ ਹੈ। ਆਪਣੇ ਉਹਨਾਂ ਦੇ ਹਿਰਦੇ ਦੇ ਵਿੱਚ ਤਾਂ ਪ੍ਰਭੂ ਦਾ ਨਾਮ ਵਸਿਆ ਹੀ ਹੈ, ਤੇ ਉਹਨਾਂ ਨੇ ਆਪਣੀ ਸੰਗਤ ਵਿੱਚ ਆਇਆਂ ਦੀਆਂ ਕਈਆਂ ਦੀਆਂ ਕੁਲਾਂ ਤਾਰ ਦਿੱਤੀਆਂ ਹਨ। ਭੱਟ ਕਲ ਸਹਾਰ ਕਹਿੰਦਾ ਹੈ ਕਿ ਉਹ ਮਨੁੱਖ ਦਾ ਜਨਮ ਹੀ ਸਫਲ ਹੈ, ਜਿਸ ਨੇ ਗੁਰੂ ਅਮਰਦਾਸ ਜੀ ਜੋ ਪ੍ਰਕਾਸ਼ ਰੂਪ ਹਨ, ਜੋ ਪ੍ਰਮਾਤਮਾ ਦਾ ਹੀ ਸਰੂਪ ਹਨ, ਉਹਨਾਂ ਦੀ ਸੰਗਤ ਕੀਤੀ ਹੈ, ਉਹਨਾਂ ਤੋਂ ਪਾਸੋਂ ਸਿੱਖਿਆ ਹਾਸਲ ਕੀਤੀ ਹੈ। ਅੱਗੇ ਨੌਵਾਂ ਸਵਈਆ ਹੈ, ਜੋ ਕਿ ਭੱਟ ਕਲ ਸਹਾਰ ਜੀ ਦਾ ਗੁਰੂ ਅਮਰਦਾਸ ਜੀ ਦੀ ਮਹਿਮਾ ਦੇ ਵਿੱਚ ਗਾਇਆ ਹੋਇਆ ਆਖਰੀ ਸਵਈਆ ਹੈ। ਕੁੱਲ ਸਵਈਏ ਮਹਲੇ ਤੀਜੇ ਕੇ ਕੁੱਲ 22 ਹਨ। ਇਹਨਾਂ ਦੇ ਵਿੱਚੋਂ 9 ਸਵਈਏ ਜਿਹੜੇ ਹਨ ਉਹ ਭੱਟ ਕਲ ਸਹਾਰ ਜੀ ਦੇ ਹਨ। ਤੋ ਇਹ ਨੌਵਾਂ ਸਵਈਆ ਹੈ, ਬਾਰਿਜ ਕਰ ਦਾਹਿਨੈ, ਸਿੱਧ ਸਨਮੁਖ ਮੁਖ ਜੋਵੈ, ਰਿੱਧ ਬਸੈ ਬਾਵਾਂਗ, ਜੋ तीन लोकांतर मोह, हृदय बसै अकहियो, सोए रस तिन ही जातो, मुखों भगत उचरै, अमर गुर इत रंग रातो, मस्तक निशान सच्चो करम, कल जोड़ कर त्यायो, परस्यो गुरु सतगुर तिलक, सर्ब इच्छ तिन पायो। बारिज कर दाहिना, बारिज लफज ਜਿਹੜਾ ਹੈ ਇਹ ਕਮਲ ਫੁੱਲ ਵਾਸਤੇ ਵਰਤਿਆ ਗਿਆ ਹੈ। ਕਮਲ, ਪਦਮ, ਇਹ ਸਾਰੇ ਇੱਕੋ ਹੀ ਸਮਰਥਕ ਲਫ਼ਜ਼ ਹਨ। ਤੋ ਬਾਰਿਜ ਕਰ, ਕਰ ਦਾ ਅਰਥ ਹੁੰਦਾ ਹੈ ਹੱਥ, ਤੇ ਕਰ ਦੇ ਰਾਰੇ ਨੂੰ ਸਾਰੀ ਆ ਕਿ ਉਹਨਾਂ ਦੇ ਹੱਥ ਦੇ ਵਿੱਚ। ਦਾਹਿਨਾ, ਦਾਹਿਨਾ ਮੈਨੇ ਸੱਜੇ, ਸੱਜੇ ਹੱਥ ਵਿੱਚ। ਤੋ ਭੱਟ ਜੀ ਕਹਿੰਦੇ ਹਨ ਕਿ ਉਹਨਾਂ ਦੇ ਸੱਜੇ ਹੱਥ ਵਿੱਚ ਪਦਮ ਹੈ, ਕਮਲ ਦਾ ਫੁੱਲ ਹੈ। ਸਿੱਧ ਸਨਮੁਖ ਮੁਖ ਜੋਵੈ, ਸਿੱਧੀਆਂ ਜਿਹੜੀਆਂ ਹਨ ਉਹ ਉਹਨਾਂ ਦੇ ਸਨਮੁਖ ਹੋ ਕੇ, ਗੁਰੂ ਜੀ ਦੇ ਮੂੰਹ ਦੇ ਸਾਹਮਣੇ ਹੋ ਕੇ ਉਹਨਾਂ ਦੇ ਦੀਦਾਰ ਕਰ ਰਹੀਆਂ ਹਨ, ਦੇਖ ਰਹੀਆਂ ਹਨ। ਜੋਵੈ ਜਾਂ ਜੋਹੈ ਦਾ ਅਰਥ ਹੁੰਦਾ ਹੈ ਦੇਖਣਾ। ਆਮ ਤੌਰ ਤੇ ਬਾਣੀ ਦੇ ਅੰਦਰ ਲਫ਼ਜ਼ ਕਾਲ ਜਮ ਜੋ ਹੈ ਬੜੀ ਵਾਰੀ ਆਇਆ ਹੈ, ਜਾਂ ਪਰ ਗ੍ਰਹਿ ਜੋ ਹੈ, ਇਸ ਤਰੀਕੇ ਨਾਲ ਇਹ ਲਫ਼ਜ਼ ਇਸਤੇਮਾਲ ਹੋਇਆ ਹੈ। ਤਾਂ ਜੋਹੈ ਦਾ ਮਤਲਬ ਹੁੰਦਾ ਹੈ ਦੇਖਣਾ। ਪਰ ਗ੍ਰਹਿ ਜੋਹੇ ਦਾ ਅਰਥ ਹੈ ਪਰਾਏ ਘਰ ਦੇ ਉੱਤੇ ਨਜ਼ਰ ਰੱਖਣੀ। ਜਮ ਜੋ ਹੈ ਮਤਲਬ ਜਮ ਤਾੜ ਰਿਹਾ ਹੈ, ਜਮ ਦੇਖ ਰਿਹਾ ਹੈ। ਤਾਂ ਜੋਵੈ ਜਾਂ ਜੋਹੈ ਦਾ ਅਰਥ ਹੈ ਦੇਖਣਾ। तो ਇੱਥੇ ਆਇਆ ਹੈ ਸਨਮੁਖ ਮੁਖ ਜੋਵੈ, ਸਾਹਮਣੇ ਹੋ ਕੇ, ਸਨਮੁਖ ਹੋ ਕੇ, ਸਾਹਮਣੇ ਖੜੇ ਹੋ ਕੇ ਉਹਨਾਂ ਦਾ ਮੁਖ ਦੇਖ ਰਹੀਆਂ ਹਨ ਸਿੱਧੀਆਂ। ਰਿੱਧ ਬਸੈ ਬਾਵਾਂਗ, ਬਾਵਾਂਗ ਦਾ ਅਰਥ ਹੁੰਦਾ ਹੈ ਖੱਬੇ ਹੱਥ। ਰਿੱਧੀਆਂ ਉਹਨਾਂ ਦੇ ਖੱਬੇ ਪਾਸੇ ਵਸ ਰਹੀਆਂ ਹਨ। ਜੋ तीन ਲੋਕਾਂਤਰ ਮੋਹ ਹੈ, ਜਿਨ੍ਹਾਂ ਰਿੱਧੀਆਂ ਨੇ ਤਿੰਨਾਂ ਜਹਾਨਾਂ ਨੂੰ ਮੋਹਿਆ ਹੋਇਆ ਹੈ। ਭਾਵ ਕੀ ਹੈ ਕਿ ਦੁਨੀਆ ਜਿਹੜੀਆਂ ਰਿੱਧੀਆਂ ਔਰ ਸਿੱਧੀਆਂ ਨੂੰ ਪ੍ਰਾਪਤ ਕਰਨ ਵਾਸਤੇ ਹਮੇਸ਼ਾ ਹੀ ਇੱਛਾ ਰੱਖਦੀਆਂ ਹਨ। ਜਿਹੜੀਆਂ ਤਾਕਤਾਂ ਜੋ ਪਰਮਾਤਮਾ ਪਾਸੋਂ ਦਾਤਾਂ ਪ੍ਰਾਪਤ ਕਰਨ ਵਾਸਤੇ ਰਿਸ਼ੀ ਮੁਨੀ ਸਿੱਧ ਆਦਿਕ
ਤਪ ਕਰਦੇ ਹਨ, ਸਾਧਨਾ ਕਰਦੇ ਹਨ, ਕਈ ਤਰ੍ਹਾਂ ਦੇ ਆਸਨ ਕਰਦੇ ਹਨ ਜਾਂ ਕਈ ਹੋਰ ਜਪ ਤਪ ਕਰਮ ਕਾਂਡ ਆਦਿ ਕਰਦੇ ਹਨ ਕਿ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਵੇ। ਭੱਟ ਕਲਸਹਾਰ ਜੀ ਕਹਿੰਦੇ ਹਨ ਕਿ ਇਹ ਸਭ ਚੀਜ਼ਾਂ ਤਾਂ ਗੁਰੂ ਅਮਰਦਾਸ ਜੀ ਦੇ ਅੱਗੇ, ਜਿਵੇਂ ਉਹਨਾਂ ਦੇ ਅੱਗੇ ਤਾਂ ਸੀਸ ਨਿਵਾ ਕੇ ਖੜੀਆਂ ਹਨ, ਉਹਨਾਂ ਦੇ ਤਾਂ ਕੰਟਰੋਲ ਵਿੱਚ ਹਨ। ਕਿ ਬਾਰਿਜ ਕਰ ਦਾਇਨ ਹੈ, ਸੱਜੇ ਹੱਥ ਵਿੱਚ ਕਮਲ ਦਾ ਫੁੱਲ ਹੈ, ਜੋ ਕਿ ਪਰਮਾਤਮਾ ਦੀ ਬਖਸ਼ਿਸ਼ ਦਾ ਸਿੰਬਲ ਮੰਨਿਆ ਜਾਂਦਾ ਹੈ। ਸਿੱਧੀਆਂ ਸਾਹਮਣੇ ਖੜੇ ਹੋ ਕੇ ਗੁਰੂ ਅਮਰਦਾਸ ਜੀ ਦੇ ਦੀਦਾਰ ਕਰ ਰਹੀਆਂ ਹਨ, ਤੱਕ ਰਹੀਆਂ ਹਨ ਤੇ ਰਿੱਧੀਆਂ ਉਹਨਾਂ ਦੇ ਖੱਬੇ ਹੱਥ ਵਿੱਚ ਹਨ, ਖੱਬੇ ਪਾਸੇ ਖੜੀਆਂ ਹਨ, ਉਹਨਾਂ ਦੇ ਖੱਬੇ ਪਾਸੇ ਵਸਦੀਆਂ ਹਨ। ਉਹ ਸਭ ਰਿੱਧੀਆਂ ਔਰ ਸਿੱਧੀਆਂ ਜਿਨ੍ਹਾਂ ਨੇ ਤਿੰਨਾਂ ਲੋਕਾਂ ਦੇ ਜੀਵਾਂ ਨੂੰ ਮੋਹਿਆ ਹੋਇਆ ਹੈ, ਤਿੰਨੋਂ ਲੋਕਾਂ ਦੇ ਜੀਵ ਜਿਨ੍ਹਾਂ ਰਿੱਧੀਆਂ ਔਰ ਸਿੱਧੀਆਂ ਦੇ ਕਾਇਲ ਹਨ, ਉਹ ਚੀਜ਼ਾਂ ਤਾਂ ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ ਹਨ। ਹਿਰਦੈ ਬਸੈ ਅਕਹੀਓ, ਸੋਏ ਰਸ ਤਿਨ ਹੀ ਜਾਤੋ। ਹਿਰਦੈ ਬਸੈ, ਹਿਰਦੇ ਵਿੱਚ ਵਸ ਰਿਹਾ ਹੈ। ਅਕਹੀਓ, ਅਕਹੀਓ ਦਾ ਅਰਥ ਹੈ ਜਿਹਦਾ ਕਿਹਾ ਨਹੀਂ ਜਾ ਸਕਦਾ, ਜਿਹਦੇ ਬਾਰੇ ਜਿਹਦਾ ਵਰਣਨ ਨਹੀਂ ਹੋ ਸਕਦਾ, ਯਾਨੀ ਕਿ ਪਰਮਾਤਮਾ। ਸੋ ਇਹ ਸਕਰੀਨ ਦੇ ਉੱਤੇ ਹੁਣ ਸ਼ਬਦ ਤੁਹਾਡੇ ਸਾਹਮਣੇ ਆ ਗਿਆ ਹੈ। ਬਾਰਿਜ ਕਰ ਦਾਹਿਨੈ, ਸਿੱਧ ਸਨਮੁਖ ਮੁਖ ਜੋਵੈ। ਕਰ ਦਾਹਿਨੈ, ਦਾਹਿਨੈ ਕਰ ਸੱਜੇ ਹੱਥ ਵਿੱਚ ਬਾਰਿਜ ਹੈ, ਕਮਲ ਦਾ ਫੁੱਲ ਹੈ। ਸਿੱਧ ਸਨਮੁਖ ਮੁਖ ਜੋਵੈ, ਸਿੱਧੀਆਂ ਸਾਹਮਣੇ ਖੜੇ ਹੋ ਕੇ ਉਹਨਾਂ ਦਾ ਮੁਖ ਦੇਖ ਰਹੀਆਂ ਹਨ। ਰਿੱਧ ਬਸੈ ਬਾਵਾਂਗ, ਬਾਵਾਂਗ ਦਾ ਅਰਥ ਹੈ ਖੱਬੇ ਹੱਥ, ਖੱਬੇ ਹੱਥ ਉਹਨਾਂ ਦੇ ਰਿੱਧੀਆਂ ਵਸ ਰਹੀਆਂ ਹਨ। ਉਹ ਸਭ ਰਿੱਧੀਆਂ ਔਰ ਸਿੱਧੀਆਂ ਜਿਨ੍ਹਾਂ ਨੇ ਤਿੰਨੋਂ ਲੋਕਾਂ ਦੇ ਦੁਨੀਆ ਦੇ ਜੀਵਾਂ ਨੂੰ ਮੋਹਿਆ ਹੋਇਆ ਹੈ। ਹਿਰਦੈ ਬਸੈ ਅਕਹੀਓ, ਅਕਹੀਓ ਦਾ ਅਰਥ ਹੈ ਜੋ ਅਕਥ ਹੈ, ਜਿਹਦਾ ਵਰਣਨ ਨਹੀਂ ਹੋ ਸਕਦਾ, ਭਾਵ ਪਰਮਾਤਮਾ। ਉਹ ਗੁਰੂ ਅਮਰਦਾਸ ਜੀ ਦੇ ਹਿਰਦੇ 'ਚ ਵਸਦਾ ਹੈ। ਹਿਰਦੈ ਬਸੈ, ਉਹਨਾਂ ਦੇ ਹਿਰਦੇ 'ਚ ਵਸਦਾ ਹੈ। ਅਕਹੀਓ, ਅਕਥ ਪਰਮਾਤਮਾ। ਸੋਏ ਰਸ ਤਿਨ ਹੀ ਜਾਤੋ, ਔਰ ਇਸ ਪਰਮਾਤਮਾ ਦੇ ਨਾਮ ਨੂੰ, ਹਿਰਦੇ 'ਚ ਵਸਣ ਦੇ ਰਸ ਨੂੰ ਗੁਰੂ ਅਮਰਦਾਸ ਜੀ ਨੇ ਹੀ ਜਾਣਿਆ ਹੈ। ਜਿਹਦੇ ਹਿਰਦੇ 'ਚ ਪਰਮਾਤਮਾ ਵਸਦਾ ਹੈ, ਉਸ ਦੇ ਆਨੰਦ ਨੂੰ ਉਹੀ ਜਾਣ ਸਕਦਾ ਹੈ। ਤਾਂ ਉਹੀ ਗੱਲ ਭੱਟ ਜੀ ਕਹਿੰਦੇ ਹਨ ਕਿ ਉਹ ਪਰਮਾਤਮਾ ਜਿਹੜਾ ਹੈ ਗੁਰੂ ਅਮਰਦਾਸ ਜੀ ਦੇ ਹਿਰਦੇ 'ਚ ਵਸਦਾ ਹੈ ਅਤੇ ਉਸ ਦੇ ਆਨੰਦ ਨੂੰ ਗੁਰੂ ਅਮਰਦਾਸ ਜੀ ਹੀ ਜਾਣਦੇ ਹਨ। ਮੁਖੋਂ ਭਗਤ ਉਚਰੈ, ਅਮਰ ਗੁਰ ਇਤ ਰੰਗ ਰਾਤੋ। ਤੇ ਇਸ ਰੰਗ ਦੇ, ਪਰਮਾਤਮਾ ਦੇ ਪਿਆਰ ਦੇ ਰੰਗ ਵਿੱਚ ਰਤੇ ਹੋਏ ਗੁਰੂ ਅਮਰਦਾਸ ਜੀ ਆਪਣੇ ਮੂੰਹ ਤੋਂ ਪਰਮਾਤਮਾ ਦੀ ਭਗਤੀ ਦਾ ਉਚਾਰਨ ਕਰਦੇ ਹਨ, ਪਰਮਾਤਮਾ ਦੀ ਵਡਿਆਈਆਂ ਦਾ ਉਚਾਰਨ ਕਰਦੇ ਹਨ। तो ਇਹਨਾਂ ਦੋਨੋਂ ਪੰਕਤੀਆਂ ਦਾ ਭਾਵ ਹੈ ਕਿ ਪਰਮਾਤਮਾ ਗੁਰੂ ਅਮਰਦਾਸ ਜੀ ਦੇ ਹਿਰਦੇ 'ਚ ਵਸਦਾ ਹੈ। ਉਸ ਨਿਵਾਸ ਦਾ ਜੋ ਰਸ ਹੈ, ਜੋ ਆਨੰਦ ਹੈ, ਉਹ ਗੁਰੂ ਅਮਰਦਾਸ ਜੀ ਹੀ ਜਾਣਦੇ ਹਨ। ਤੇ ਪਰਮਾਤਮਾ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਗੁਰੂ ਅਮਰਦਾਸ ਜੀ ਆਪਣੇ ਮੂੰਹ ਤੋਂ ਪਰਮਾਤਮਾ ਦੀ ਵਡਿਆਈਆਂ ਦਾ ਉਚਾਰਨ ਕਰਦੇ ਹਨ, ਉਹਦੇ ਗੁਣ ਗਾਉਂਦੇ ਹਨ। ਮਸਤਕ ਨਿਸ਼ਾਨ ਸੱਚੋ ਕਰਮ, ਕਲ ਜੋੜ ਕਰ ਧਿਆਇਓ। ਕਲ ਕਵੀ, ਕਲ ਜੋੜ ਕਰ, ਹੱਥ ਜੋੜ ਕੇ ਧਿਆਉਂਦਾ ਹੈ। ਇਹ ਗੱਲ ਕਹਿੰਦਾ ਹੈ ਕਿ ਜਿਸ ਵੀ ਮਨੁੱਖ ਨੇ ਗੁਰੂ ਅਮਰਦਾਸ ਜੀ ਦਾ ਧਿਆਨ ਧਰਿਆ ਹੈ, ਗੁਰੂ ਅਮਰਦਾਸ ਜੀ ਦੀ ਸ਼ਰਨ ਲਈ ਹੈ, ਮਸਤਕ ਨਿਸ਼ਾਨ ਸੱਚੋ ਕਰਮ, ਉਸ ਗੁਰੂ ਅਮਰਦਾਸ ਜੀ ਨੂੰ ਜਿਨ੍ਹਾਂ ਦੇ ਮੱਥੇ ਦੇ ਉੱਤੇ ਸੱਚੀ ਬਖਸ਼ਿਸ਼ ਦਾ ਨਿਸ਼ਾਨ ਹੈ। ਮੱਥੇ ਦੇ ਉੱਤੇ ਨਿਸ਼ਾਨ ਹੋਣਾ ਜਿਹੜਾ ਹੈ, ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਭਈ ਜਿਸ ਬੰਦੇ ਦੇ ਅੰਦਰ ਕੋਈ ਵਡਿਆਈ ਹੁੰਦੀ ਹੈ, ਕੋਈ ਦੈਵੀ ਗੁਣ ਹੁੰਦੇ ਹਨ, ਉਹਦੇ ਮੱਥੇ ਤੇ ਚਮਕ ਹੁੰਦੀ ਹੈ, ਉਹਦਾ ਮੱਥਾ ਐਸਾ ਲਿਸ਼ਕਾ ਮਾਰਦਾ ਹੈ ਜਾਂ ਐਸਾ ਉਹਦੇ ਅੰਦਰ ਨੂਰ ਹੁੰਦਾ ਹੈ ਕਿ ਉਹਨੂੰ ਉਹਦੇ ਦਰਸ਼ਨ ਕਰਕੇ ਹੀ ਪਤਾ ਲੱਗ ਜਾਂਦਾ ਹੈ ਕਿ ਭਈ ਇਹ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਹੈ। ਉਹਦਾ ਚਿਹਰਾ ਖਿੜਿਆ ਹੁੰਦਾ ਹੈ, ਉਹਦਾ ਮੱਥਾ ਨੂਰੋ ਨੂਰ ਹੁੰਦਾ ਹੈ, ਚਮਕਦਾ ਹੈ। ਤੋ ਭੱਟ ਕਲਸਹਾਰ ਜੀ ਕਹਿੰਦੇ ਹਨ ਕਿ ਜਿਸ ਗੁਰੂ ਅਮਰਦਾਸ ਜੀ ਦੇ ਮੱਥੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਰੂਪ ਨਿਸ਼ਾਨ ਹੈ, ਕਲ ਕਵੀ ਹੱਥ ਜੋੜ ਕੇ ਐਸੇ ਸਤਿਗੁਰੂ ਜੀ ਨੂੰ ਜਿਸ ਵੀ ਮਨੁੱਖ ਨੇ ਧਿਆਇਆ ਹੈ,
अगली पंक्ति 'ਚ ਫਿਰ ਗੱਲ ਪੂਰੀ ਕਰਦਾ ਹੈ ਕਿ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ। ਸਤਿਗੁਰ ਤਿਲਕ ਇਹ ਕੰਬਾਈਨਡ ਲਫ਼ਜ਼ ਹੈ, ਪਰਸਿਓ ਗੁਰੂ ਸਤਿਗੁਰ ਤਿਲਕ। ਤਿਲਕ ਜਿਹੜਾ ਹੈ ਉਹ ਆਮ ਤੌਰ ਦੇ ਉੱਤੇ ਮੱਥੇ ਦੇ ਉੱਤੇ ਲੱਗਦਾ ਹੁੰਦਾ ਹੈ, ਭਾਵ ਜੋ ਸਰੀਰ ਦਾ ਸਭ ਤੋਂ ਉੱਪਰਲਾ ਹਿੱਸਾ ਹੈ। ਮੱਥੇ ਦੇ ਉੱਤੇ ਜੋ ਚੀਜ਼ ਲੱਗੀ ਹੋਵੇ ਉਹ ਦੂਰੋਂ ਹੀ ਖੜੇ ਨੂੰ ਸਭ ਨੂੰ ਨਜ਼ਰ ਆ ਜਾਂਦੀ ਹੈ ਕਿ ਇਹਦੇ ਮੱਥੇ ਦੇ ਉੱਤੇ ਤਿਲਕ ਲੱਗਾ ਹੋਇਆ। ਤੋ ਇਹ ਮੱਥੇ ਦਾ ਤਿਲਕ ਵੀ ਜਿਹੜਾ ਹੈ ਪਵਿੱਤਰਤਾ ਦੀ ਨਿਸ਼ਾਨੀ ਵਜੋਂ ਲਗਾਇਆ ਜਾਂਦਾ ਹੈ। ਤੇ ਜਿਸ ਵੇਲੇ ਲਫ਼ਜ਼ ਭੱਟ ਜੀ ਨੇ ਵਰਤਿਆ ਹੈ ਗੁਰੂ ਸਤਿਗੁਰ ਤਿਲਕ, ਤਾਂ ਇਹਦਾ ਭਾਵ ਕੀ ਹੈ ਕਿ ਸ਼੍ਰੋਮਣੀ ਸਤਿਗੁਰੂ ਜੋ ਸਭ ਤੋਂ ਉੱਤਮ ਗੁਰੂ ਹੈ, ਜੋ ਸਭ ਤੋਂ ਵੱਡਾ ਗੁਰੂ ਹੈ। ਜਿਵੇਂ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਨਾਨਕ ਵਾਸਤੇ ਆਖਿਆ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ, तो इसी तरह ही गुरु सतगुरु तिलक तो भाव है सब तो उत्तम श्रेष्ठ गुरु सतगुरु। परस्यो का अर्थ है जिसने परस्या है, जिन्हें संगत की है। सर्व इच्छ तिन पायो। तो अटकल सहार जी कहते हैं कि वो गुरु अमरदास जी जिन्हां दे मत्थे उत्ते परमात्मा की सच्ची बख्शिश का निशान है। कल कहता है कि हथ जोड़ के ऐसे सतगुरु जी नूं जिस भी मनुख ने ध्याया है, जिहड़ा भी इन्हां दी ऐसे श्रोमणी गुरु जी की शरण विच आया है, इन्हां दी संगत विच आया है, सर्व इच्छ तिन पायो। उसने अपनियां सारियां मनोकामनियां मन दियां सारियां इच्छावां पूरियां कर लईयां हन। भाव सारियां इच्छा पूरियां करन वास्ते गुरु अमरदास जी की संगत जिहड़ी है ਉਹਦੇ ਵਿੱਚੋਂ ਹੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸਾਰੀਆਂ ਇੱਛਾ ਪੂਰੀਆਂ ਕਿਵੇਂ ਹੁੰਦੀਆਂ ਹਨ? ਉਹ ਇਸ ਤਰ੍ਹਾਂ ਹੁੰਦੀਆਂ ਹਨ ਕਿ ਗੁਰੂ ਅਮਰਦਾਸ ਜੀ ਦੀ ਸਿੱਖਿਆ ਜਿਹੜੀ ਹੈ ਉਹ ਇਨਸਾਨ ਦੀ ਮਾਨਸਿਕ ਅਵਸਥਾ ਨੂੰ ਇਸ ਤਰ੍ਹਾਂ ਦੀ ਬਣਾ ਦਿੰਦੀ ਹੈ ਕਿ ਮਨ ਦੇ ਅੰਦਰ ਫਾਲਤੂ ਦੇ ਦੁਨਿਆਵੀ ਪਦਾਰਥਾਂ ਦੇ ਮਾਇਆ ਦੇ ਰੰਗ ਤਮਾਸ਼ਿਆਂ ਦੇ ਵਾਸਤੇ ਕਾਮਨਾਵਾਂ ਜਿਹੜੀਆਂ ਹਨ ਉਹ ਸ਼ਾਂਤ ਹੋ ਜਾਂਦੀਆਂ ਹਨ। ਵਿਕਾਰ ਜਿਹੜੇ ਹਨ ਉਹ ਮਨ ਨੂੰ ਭਟਕਾਉਂਦੇ ਨਹੀਂ ਹਨ, ਭਰਮਾਉਂਦੇ ਨਹੀਂ ਹਨ। ਆਮ ਦੁਨੀਆਦਾਰ ਇਨਸਾਨ ਨੂੰ ਹਰ ਚੀਜ਼ ਦੇ ਚਸਕੇ ਲੱਗੇ ਰਹਿੰਦੇ ਹਨ। ਕਿਸੇ ਨੂੰ ਜੀਭ ਦਾ ਚਸਕਾ, ਕਿਸੇ ਨੂੰ ਵਾਸ਼ਨਾ ਦਾ, ਕਿਸੇ ਨੂੰ ਸੁਣਨ ਦਾ, ਕਿਸੇ ਨੂੰ ਦੇਖਣ ਦਾ, ਕਿਸੇ ਨੂੰ ਤਵਚਾ ਦਾ ਚਸਕਾ। ਭਾਂਤ ਦੇ ਸਵਾਦ ਨੇ ਜਿਨ੍ਹਾਂ ਨੂੰ ਇਹਨਾਂ ਸਾਰੇ ਆਪਣੇ ਇੰਦਰੀਆਂ ਨੂੰ ਖੁਸ਼ ਕਰਨ ਵਾਸਤੇ, ਸਵਾਦ ਲੈਣ ਵਾਸਤੇ ਇਨਸਾਨ ਭਾਂਤ ਦੇ ਕੰਮ ਕਰਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ। ਪਰ ਜੋ ਗੁਰੂ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹਨਾਂ ਦੀ ਸਿੱਖਿਆ ਦੁਆਰਾ, ਉਹਨਾਂ ਦੇ ਉਪਦੇਸ਼ ਦੁਆਰਾ ਮਨ ਦੀਆਂ ਵਾਸ਼ਨਾਵਾਂ ਜਿਹੜੀਆਂ ਹਨ ਉਹ ਕਾਬੂ 'ਚ ਆ ਜਾਂਦੀਆਂ ਹਨ ਤੇ ਫਾਲਤੂ ਦੀਆਂ ਇੱਛਾਵਾਂ ਜਿਹੜੀਆਂ ਹਨ ਉਹ ਪੈਦਾ ਹੀ ਨਹੀਂ ਹੁੰਦੀਆਂ। ਇਹਨਾਂ ਫਾਲਤੂ ਇੱਛਾਵਾਂ ਦੀ ਖਾਤਰ ਹੀ ਇਨਸਾਨ ਦੁਨੀਆ ਵਿੱਚ ਭਟਕਦਾ ਹੈ, ਉਹ ਕਈ ਮਾੜੇ ਕੰਮ ਕਰਦਾ ਹੈ ਕਿਉਂਕਿ ਇਹਨਾਂ ਇੱਛਾਵਾਂ ਦੀ ਪੂਰਤੀ ਵਾਸਤੇ ਉਹਨੂੰ ਕਈ ਜਾਇਜ਼ ਨਜਾਇਜ਼ ਢੰਗ ਅਪਣਾਉਣੇ ਪੈਂਦੇ ਹਨ। तो ऐसे गुरु जी की शरण में आए हुए गुरमुख के हिरदे विचों ये ऐसिया माया की वासनावां शांत हो जांदियां हन, मानो वो सारिया इच्छा पूर्ण हो जांदियां हन, फिर कोई ऐसी इच्छा रहिंदी नहीं है। सारे सुख प्राप्त उसनूं प्रभु की याद विचों, प्रभु के नाम विचों प्राप्त हो जाते हैं। तो इस करके भट्ट सार जी कहते हैं कि परस्यो गुरु सतगुर तिलक सर्व इच्छ तिन पायो। जिसने भी ऐसे श्रोमणी सतगुरु गुरु अमरदास जी ਨੂੰ ਪਰਸਿਆ ਹੈ, ਉਹਨਾਂ ਦੀ ਸ਼ਰਨ ਲਈ ਹੈ, ਉਹਦੀਆਂ ਸਾਰੀਆਂ ਇੱਛਾ ਪੂਰਨ ਹੋ ਜਾਂਦੀਆਂ ਹਨ। तो ਇਹ 9ਵੇਂ ਸਵਈਏ ਦੀ ਇੱਥੇ ਸਮਾਪਤੀ ਹੈ। ਇਹ 9 ਸਵਈਏ ਭੱਟ ਖਾਲਸਾ ਹਾਰ ਜੀ ਦੇ ਉਚਾਰਨ ਕੀਤੇ ਗਏ ਹਨ। ਇਸ ਤੋਂ ਅੱਗੋਂ ਜੋ ਹੈ ਉਹ ਭੱਟ ਜਾਲਪ ਦੇ ਸਵਈਏ ਸ਼ੁਰੂ ਹੁੰਦੇ ਹਨ ਜੀ। तो ਅੱਜ ਦੀ ਵਿਚਾਰ ਦੀ ਇੱਥੇ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਲਈ ਆਪ ਜੀ ਪਾਸੋਂ ਖਿਮਾ ਮੰਗਦੇ ਹਾਂ ਜੀ। ਅੱਜ ਦੇ ਵਿਚਾਰ ਨਾਲ ਸੰਬੰਧਿਤ ਕੋਈ ਕਿਸੇ ਦਾ ਕੋਈ ਪ੍ਰਸ਼ਨ ਜਾਂ ਕੋਈ ਕਮੈਂਟ ਹੋਵੇ ਤਾਂ ਆਪ ਜੀ ਆਪਣੇ ਆਪ ਨੂੰ ਅਨਮਿਊਟ ਕਰਕੇ ਤੇ ਆਪਣੀ ਗੱਲ ਕਹਿ ਸਕਦੇ ਹੋ ਜੀ।